ਤੁਸੀਂ ਮਿਹਨਤ ਕੀਤੀ, ਸਾਰਿਆਂ ਨੇ ਘਰੋਂ ਘਰੀ ਜਾ ਕੇ ਪਾਰਟੀ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਔਰ ਤੁਹਾਡੀ ਸਾਰਿਆਂ ਦੀ ਮਿਹਨਤ ਦਾ ਸਦਕਾ, ਹਿੰਮਤ ਦਾ ਸਦਕਾ ਅਸੀਂ 92 ਸੀਟਾਂ ਲੈ ਕੇ ਕਾਮਯਾਬ ਹੋਏ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਸੀਂ ਸਾਰਿਆਂ ਨੇ ਹੀ ਪਹਿਲਾਂ ਵੋਟਾਂ ਪਾ ਕੇ ਚੁਣਿਆ ਕਿ ਇਹੀ ਸਾਡੇ ਮੁੱਖ ਮੰਤਰੀ ਹੋਣੇ ਚਾਹੀਦੇ ਆ। ਫਿਰ ਪਾਰਟੀ ਨੇ ਵੀ ਸਾਡੀ ਮੰਗ ਨੂੰ ਸਵੀਕਾਰ ਕਰਕੇ ਤੇ ਅੱਜ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਚਿਰਾਂ ਦੀ ਜਿਹੜੀ ਰੀਝ ਸੀ ਉਹ ਪ੍ਰਮਾਤਮਾ ਨੇ ਪੂਰੀ ਕੀਤੀ। ਇਹਦੇ ਲਈ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ। ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ। ਹੁਣ ਸਰਕਾਰ ਆਪਣੀ ਬਣ ਗਈ ਹੈ ਤਾਂ ਸਰਕਾਰ ਜਦੋਂ ਬਣ ਗਈ, ਸਰਕਾਰ ਕੌਣ ਹੈ? ਸਰਕਾਰ ਤੁਸੀਂ ਹੋ, ਸਰਕਾਰ ਲੋਕ ਨੇ, ਸਰਕਾਰ ਸਾਡੇ ਵਲੰਟੀਅਰ ਨੇ, ਸਰਕਾਰ ਸਾਡੇ ਅਹੁਦੇਦਾਰ ਨੇ। ਇਹੀ ਸਰਕਾਰ ਹੈ, ਲੋਕਾਂ ਦੇ ਨਾਲ ਹੀ ਸਰਕਾਰ ਹੁੰਦੀ ਹੈ। ਤੇ ਅੱਜ ਸਾਰਿਆਂ ਨੇ ਆਪਣੇ ਆਪ ਨੂੰ ਇੱਕ ਸਰਕਾਰ ਸਮਝ ਕੇ ਚੱਲਣਾ। ਮੈਨੂੰ ਤਾਂ ਕਈ ਵਾਰ ਹਾਸਾ ਵੀ ਆਉਂਦਾ ਹੁੰਦਾ, ਕਈ ਬੰਦੇ ਆ ਕੇ ਗੱਲ ਅੱਜ ਵੀ ਕਰਦੇ ਆ, ਕਹਿੰਦੇ ਮੈਂ ਤਾਂ RTI ਪਾਉਣੀ ਹੈ। ਉਹ ਭਲਿਆ ਜਦੋਂ ਵਿਰੋਧ ਦੇ ਵਿੱਚ ਸੀ ਉਦੋਂ RTI ਪਾ ਲੈਂਦਾ, ਹੁਣ ਤੂੰ ਦੱਸ ਕਿਹੜੇ ਡਿਪਾਰਟਮੈਂਟ ਚੋਂ ਕਿਹੜੀ ਗੱਲ ਕਰਾਉਣੀ ਹੈ, ਕਿਹੜਾ ਰਿਕਾਰਡ ਲੈਣਾ। ਅੱਜ ਵੀ ਅਸੀਂ ਇੱਦਾਂ ਵਿਚਰ ਰਹੇ ਹਾਂ ਜਿਵੇਂ ਅਸੀਂ ਵਿਰੋਧੀ ਪਾਰਟੀ ਚੋਂ ਹੋਈਏ। ਅੱਜ ਵੀ ਅਸੀਂ ਇੱਦਾਂ ਆਪਣੇ ਆਪ ਨੂੰ ਫੀਲ ਕਰ ਰਹੇ ਹਾਂ ਕਿ ਮੇਰਾ ਤਾਂ ਜੀ ਫਲਾਣੇ ਥਾਣੇ 'ਚ ਨਹੀਂ ਕੋਈ ਸੁਣਦਾ। ਮੈਨੂੰ ਹੈਰਾਨੀ ਹੋਣੀ ਹੈ ਵੀ ਜੀ ਅੱਜ ਵੀ ਅਸੀਂ ਇਸ ਭੁਲੇਖੇ ਦੇ ਵਿੱਚ ਜੀ ਰਹੇ ਹਾਂ ਕਿ ਮੇਰੀ ਸਰਕਾਰ ਨਹੀਂ ਫਲਾਣੇ ਦੀ ਸਰਕਾਰ ਹੈ। ਗੁਰੂ ਸਾਹਿਬ ਫਰਮਾਨ ਕਰਦੇ ਆ, ਕਹਿੰਦੇ ਕੋਈ ਕਿਸੇ को राज न दे है, जो ले है निज बल से ले है। कोई किसी को राजा नहीं बना सकता, कोई किसी को प्रधान नहीं बना सकता। मैं तुहानू सर्टिफिकेट जरूर दे सकता पर प्रधानगी तुहानू कराउणी नहीं सिखा सकता। सिखा सकते सर्टिफिकेट दे सकता या कागज ले जा भाई तू प्रधान आ। प्रधान तरदान जे अगे पिछे थोड़े भजे फिरते फिर अफसर प्रधान की किता ताही आ। जे तुहाडी गल थाने वाला मंगे प्रधान तो ताही आ। तुसीं चंगी गल लैके जाओ, थोड़ी गल नहीं मानदा उसे टाइम तुसीं गल कराओ, मेरे कोल आओ। जे ना दफ्तर दे विच बुलावा जिन्हें तुहाडी गल नहीं सुनी, जे उन्होंने दफ्तर दे विच ना बुलावा, तुहाडी जिहड़ी सही गल सी ਉਹਨੇ ਤੁਹਾਡੀ ਗੱਲ ਦੇ ਉੱਤੇ ਦੂਜੇ ਗਲਤ ਬੰਦੇ ਦੀ ਜੇ ਉਹਨੇ ਸਪੋਰਟ ਕੀਤੀ ਜਾਂ ਕਿਸੇ ਨੇ ਤੁਹਾਡੇ ਤੋਂ ਕੋਈ ਰਿਸ਼ਵਤ ਲਈ, ਮੇਰੇ ਕੋਲ ਆਓ। ਜੇ ਨਾ ਤੁਹਾਡੀ ਗੱਲ ਨੂੰ ਮੈਂ ਤੁਹਾਡੇ ਤੇ ਫੁੱਲ ਚੜਾਵਾਂ ਤੇ ਅਫਸਰ ਨੂੰ ਉੱਥੇ ਬੁਲਾਵਾਂ। ਪਰ ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਵੀ ਗੱਲ ਸੋਚਣ ਵਾਲੀ ਹੈ। ਜਦੋਂ ਅਸੀਂ ਕਿਸੇ ਦੀ ਸਿਫਾਰਿਸ਼ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਉੱਥੇ 100 ਗੁਣਾ ਵੱਧ ਜਾਂਦੀ ਹੈ। ਉੱਥੇ ਇਹ ਨਾ ਹੋਵੇ ਕਿ ਆਪਾਂ ਕਿਸੇ ਗਲਤ ਬੰਦੇ ਦੀ ਸਿਫਾਰਿਸ਼ ਕਰੀਏ ਤੇ ਜਦੋਂ ਅਫਸਰ ਨੂੰ ਆਪਾਂ ਬੁਲਾਈਏ ਤੇ ਆਪਾਂ ਨੂੰ ਝੂਠਾ ਸਾਬਤ ਕਰ ਦੇਵੇ। ਇਹ ਵੀ ਬਹੁਤ ਜ਼ਰੂਰੀ ਹੈ ਗੱਲ। ਇਹਦਾ ਵੀ ਧਿਆਨ ਰੱਖਣਾ ਉਸੇ ਨੇ ਜਿਹੜਾ ਲੀਡਰ ਹੈ ਉਸੇ ਨੇ ਧਿਆਨ ਦੇਣਾ ਕਿਵੇਂ ਮਦਦ ਕਰਨੀ ਆ, ਮਜ਼ਲੂਮ ਦੀ ਮਦਦ ਕਰਨੀ ਆ। ਤੁਸੀਂ ਮਜ਼ਲੂਮ ਦੀ, ਮਜ਼ਲੂਮਾਂ ਦੇ ਰਾਖੇ ਬਣਨਾ, ਧਨਾੜਾਂ ਦੇ ਰਾਖੇ ਨਹੀਂ ਬਣਨਾ। ਜਿਹੜਾ ਬੰਦਾ ਪੀੜਤ ਹੈ, ਇਹ ਜ਼ਰੂਰੀ ਨਹੀਂ ਕਿ ਪੈਸੇ ਵਾਲਾ ਪੀੜਤ ਨਹੀਂ ਹੋ ਸਕਦਾ, ਪੈਸੇ ਵਾਲਾ ਵੀ ਪੀੜਤ ਹੋ ਸਕਦਾ। ਆਪਾਂ ਜਿਹੜੀ ਧਿਰ ਦੇ ਨਾਲ ਧੱਕਾ ਹੋ ਰਿਹਾ, ਜਿਹੜੇ ਪਰਿਵਾਰ ਦੇ ਨਾਲ ਧੱਕਾ ਹੋ ਰਿਹਾ, ਜਿਹੜੇ ਬੰਦੇ ਨਾਲ ਧੱਕਾ ਹੋ ਰਿਹਾ, ਆਪਾਂ ਉਹਦੇ ਨਾਲ ਖੜਨਾ। ਇਹੀ ਸਾਨੂੰ ਗੁਰੂ ਨੇ ਸਿਖਾਇਆ, ਇਹੀ ਸਾਨੂੰ ਗੁਰੂ ਨੇ ਸਿਖਾਇਆ, ਇਹੀ
कोई भी थोड़ा काम एक बार गए थे दो बार गए थे नहीं होगा, बल्कि तुसी तां आप काम कराउण वाले बनो, आप कराउण वाले। मेरे को मच्छी मंग भी ना लैके जाओ। कहते चाइना की एक कहावत है, चाइना वाले पता की कहते हैं, कहते असीं मच्छी मंग भी नहीं दिंदे, मच्छी फड़नी सिखाउंदे आ। मच्छी दंदे नहीं उधारी, फड़नी सिखाउंदे कि किवें फड़नी है। असीं तुहानूं उधार दे फोन करने नहीं सिखा रहे, तुहानूं सिखा रहे हैं कि तुसीं अपने काम कराउणे किवें है। अपने ही नाल लोकां दे भी काम कराओ, पिंड दे काम कराओ। जिन्ना चਿਰ ਤੁਹਾਡੇ ਕੋਲ ਵੇਲ है, देखो किहदी पेंशन नहीं लगी हुई, ਉਹਦੀ पेंशन लवाओ। देखो किसी बंदे नूं की मुश्किल है, की प्रॉब्लम है, वो चीज़ का ਉਹਦਾ हल करो। अज कल मैं लाइव होया, शायद बहुत जणियां ने सुनिया होना, सरकार अपना देन जा रही है। मैं इस चीज़ का विरोध किया, करना चाहिए विरोध। क्यों किया? क्योंकि तुहानूं सारिਆਂ ਨੂੰ पता होना कि 10% लोगों को कणक नहीं मिली, कणक का 10% कोटा घट आया है। हर गल की सरकार से आपां ताड़ी नहीं मारनी, मैं नहीं मारदा ताड़ी सरकार की हर गल ते। जिथे सरकार गलत करूगी, जे असीं उत्थे हथ फड़ के उन्होंने टोकांगे नहीं, तो 5 साल बाद लोग जरूर टोक देंगे। टोक देंगे ना, जे आपां नहीं टोकांगे तो लोग टोक देंगे। जे अपनी भलाई इसे जी है, सरकार को नाल दी नाल ही शीशा दिखाते रहिए कि सरकार जी इत्थे कोई गड़बड़ है। 4 महीने हो गए अपनी सरकार बने, 4 महीने हो गए। मलौद दे विच 5 वीडियो बदल गए। मैं दसो कि मैं काम करा दराहा ब्लॉक 5 वीडियो बदल गए। सरकार के हजे अफसर ही नहीं ठीक आ रहे, अफसर भज रहे हैं। पटवारी बड़िया के सर्कलों के पटवारी नहीं होने है, नहीं ना पटवारी। कई के पिंडों के साढ़े को पटवारी नहीं, मेरे को आते हैं पटवारी है नहीं। 4-4 महीने हो गए पटवारियों के काम ही नहीं हुए। कारण पता की है, क्यों अफसर भज रहे हैं, क्यों पटवारी भज रहे हैं। अगे पटवारी 2-2, 3-3 सर्कल मंग के लेते थे। कहते मैनू आ भी सर्कल दे दिओ, वो कहता मैनू आ भी सर्कल दे दिओ, वो कहते सी मैनू आ भी सर्कल दे दिओ। हुण कहते मैं आ भी नहीं लेना, मैं आ भी नहीं लेना, मैं तो आही लऊंगा जिहड़ा मेरे कोल है, एक सर्कल लऊंगा। पटवारी तो नहीं है, बल्कि सरकार ने हुण होर भर्ती कीते आ। उन्हां दे उपरों जिहड़े बनदे पैसे सी वो बंद हो गए, वीडियो के उपरों बनते पैसे बंद हो गए, सकत्तरां दे उपरों बनते पैसे बंद हो गए। आपां नूं इसलिए प्रशासन ये सारी जिहड़ी अफसरशाही है ये मिलकर इसलिए परेशान कर रही है कि इन्हां दे वलंटियरां ने ही इन्हां दे MLA दे इन्हां दे मंत्रियों के बाल इन्हां दे वलंटियरां नहीं कट देने, आपे लोग कर देने। ये गल सच्ची है। आपां लगे हुए हैं कि इन्हां तो रिश्वत नहीं लैण देनी। जदों आपां रिश्वत का सफाया करता, जदों ये 3-4 महीने इदां ही लंघे, इन्हां आपे अकल आ जानी है कि हुण इत्थे दाल गलण वाली नहीं। अजे भी सोचते हैं कि शायद उस जगह पर फिर आ जाएगी गल। तो मेरी वीरों सारिਆਂ ਨੂੰ हथ जोड़ के बेनती है, घबराया ना करो। बहुत सारे बंदे इत्थे, मैं तो हैरान है, सारे ही तुर पे जी साडा लाइसेंस बना दिओ पिस्तौल का, सारे ही तुर पे भी लड़ाई लगनी है इन्हां ने, तुसीं पिस्तौल का लाइसेंस बना दिओ, सारे ही तुर पे। मैं सच्ची कह रहा, बथेरे बंदे आ गए, कहते साडे सरपंच सस्पेंड कर दिओ जी, कोई कहना साडी मेहनत चेंज कर दिओ जी। वो मेहनत चेंज क्यों कराना, जो सरकारां करा दो कर, उसकी शिकायत कर, अपना ते पनिशमेंट पाइए। एवें गल्लां मैनूं तां आप नहीं समझ आउंदी की गल्लां लगे हुए सारे जाने। भाई जी होश तो कम लईए, थोड़ा जिहा आपां सारे जाने सोच के चलीए, सहजे सहजे चलीए। सारिਆਂ ਦੇ सारे काम हर बार नहीं होंगे। मुख्यमंत्री भी किसी लोगों के सारे काम नहीं करा सकता, ये गल सच्ची है। सारे काम नहीं होंगे, जिहड़े काम रह गए अगली बार आप कर लियो, कोई गल नहीं, दोबारा कर लियो। कोई बहुत ही जरूरी है, किसी का सरदा ही नहीं, उन्हें बंदूक लैके घूमना, एक बार फिर वो कर ले, दोबारा कर ले, वो की गल है, कोई प्रॉब्लम है? ये गल्लां आपां समझिए। फेसबुकां दे नैगेटिव कमेंट अपनी सरकार के बारे पाउण तो गुरेज करिए। एक बार तो आपां कहने मैं इलैक्शन लड़नी है, दूजी बार आपां कहने कि इत्थे काम चंगा नहीं हो रहा, फिर जे तेरे भावे चंगा नहीं हो रहा, फिर तेनों मैं इलैक्शन क्यों खड़ा करूँ?
ਤੁਸੀਂ ਤਾਂ ਕਹਿ ਰਹੇ ਹੋ ਪਹਿਲੀ ਮੀਟਿੰਗ ਆ, ਮੈਂ ਕਹਿ ਰਿਹਾ ਇਹ ਚੌਥੀ ਮੀਟਿੰਗ ਆ ਮਲੌਦ ਵਾਲਿਆਂ ਦੀ। ਮਲੌਦ ਦੀਆਂ 11 ਵਾਰਡਾਂ ਨੇ, 11 ਵਾਰਡਾਂ ਦੇ ਜਿੰਨੇ ਵੀ ਇੱਥੇ ਬੈਠੇ ਆ ਸਾਰਿਆਂ ਦੀਆਂ ਅਸੀਂ ਮਿਹਨਤਾਂ ਕਰ ਕਰ ਥੱਕ ਗਏ ਭਾਈ 11 ਬੰਦਿਆਂ ਨਾਲ ਆਪਣੇ ਵਾਰਡਾਂ ਦੇ ਵਿੱਚੋਂ ਮੀਟਿੰਗ ਕਰਾ ਦਿਓ। ਖੜੇ ਆ, ਮੈਂ ਤਾਂ ਮੂੰਹ ਤੇ ਗੱਲ ਕਰਦਾ ਸਾਰਿਆਂ ਦੇ। ਅਸੀਂ ਇਹਨਾਂ ਨੂੰ ਥੱਕ ਗਏ ਕਿ ਆਪਣੇ ਵਾਰਡ ਦੇ ਵਿੱਚੋਂ 11 ਬੰਦਿਆਂ ਨਾਲ ਮੀਟਿੰਗਾਂ ਕਰਾ ਦਿਓ। 11 ਬੰਦਿਆਂ ਨਾਲ ਬਾਈ ਜੀ ਇਹਨਾਂ ਨੇ ਮੀਟਿੰਗਾਂ ਨਹੀਂ ਕਰਾਈਆਂ, ਤੁਹਾਡੇ ਸਾਰਿਆਂ ਸਾਹਮਣੇ ਕਹਿਣਾ ਮੈਂ। ਫਿਰ ਕੱਲ ਨੂੰ ਜਦੋਂ ਅਸੀਂ ਦੂਜੇ ਪਾਸੇ ਉੱਥੇ ਬੰਦਾ ਲੈ ਕੇ, ਕਿਉਂਕਿ ਆਪਾਂ ਹਾਰਨ ਲਈ ਨਹੀਂ ਜੇ ਖੇਡਣਾ, ਜੇ ਤੁਹਾਡੇ ਕੋਲ ਬੰਦਾ ਹੀ ਨਹੀਂ, ਜੇ ਤੁਹਾਡੇ ਪਿੱਛੇ ਬੰਦਾ ਹੀ ਨਹੀਂ, ਪਰ ਤੁਹਾਨੂੰ ਟਿਕਟ ਕਾਹਦੀ ਦੇਣੀ ਆ? ਏਦਾਂ ਮਿਲੂਗੀ? ਪਹਿਲਾਂ ਮੈਨੂੰ ਦੱਸੋ, ਤੁਸੀਂ ਨਾ ਕਿਸੇ ਨੇ ਕੋਈ ਦਫ਼ਤਰ ਖੋਲਿਆ, ਮਲੌਦ ਵਾਲੇ ਮੈਨੂੰ ਦੱਸਣ ਕਿ ਨਾ ਇਹਨਾਂ ਨੇ ਕੋਈ ਦਫ਼ਤਰ ਖੋਲਿਆ। ਗੱਲ ਕੀਤੀ ਸੀ ਕਿ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਜਗ੍ਹਾ ਪੈਸੇ ਇਕੱਠੇ ਕਰਕੇ ਇੱਕ ਦਫ਼ਤਰ ਖੋਲੋ, ਇੱਥੇ ਵਾਰਡਾਂ ਦੇ ਵਿੱਚ ਜਾ ਕੇ ਫਲੈਕਸਾਂ ਲਵਾਓ, ਲੋਕਾਂ ਨੂੰ ਜਾ ਕੇ ਮਿਲੋ। ਬਸ ਇਕੱਲੇ ਖੜ ਕੇ ਆਪਾਂ ਫੇਸਬੁੱਕ ਤੇ ਕਮੈਂਟ ਪਾਤਾ, ਉਹਦੇ ਨਾਲ ਆਪਾਂ ਜਿੱਤ ਜਾਵਾਂਗੇ? ਲੋਕਾਂ ਦੇ ਵਿੱਚ ਤੁਸੀਂ ਵਿਚਰਨਾ ਨਹੀਂ। ਦੱਸਣ ਮੈਨੂੰ ਜਿਹੜੇ ਹੁਣ ਗੱਲ ਕਰਦੇ ਆ ਕਿ ਕਿੰਨੇ ਬੰਦਿਆਂ ਦੀ ਪੈਨਸ਼ਨ ਲਵਾਈ, ਕਿੰਨੇ ਬੰਦਿਆਂ ਦੇ ਫਾਰਮ ਮੇਰੇ ਕੋਲ ਲੈ ਕੇ ਆਏ, ਕਿੰਨੇ ਬੰਦਿਆਂ ਦੀ ਬੁਢਾਪਾ ਪੈਨਸ਼ਨ ਲਵਾਈ, ਕਿੰਨੇ ਬੰਦਿਆਂ ਦੀ ਅੰਗਹੀਣ ਵਾਲਿਆਂ ਦੇ ਫਾਰਮ ਭਰੇ, ਕਿੰਨੇ ਬੰਦਿਆਂ ਦੇ ਇਲਾਜ ਕਰਾਏ। ਦੱਸੋ ਮੈਨੂੰ ਲਿਆ ਕੇ ਕਹਿਟੋ ਦੇ ਮੈਨੂੰ ਸਾਰੇ ਜਾਣੇ। ਸਿਰਫ ਗੱਲਾਂ ਕਰਦੇ ਆ। ਰਾਤ ਨੂੰ 8 ਵਜੇ ਤੋਂ ਬਾਅਦ ਦਾਰੂ ਪੀ ਕੇ ਮੈਨੂੰ ਕੋਈ ਫੋਨ ਨਾ ਕਰੇ, ਮੈਂ ਬੇਨਤੀ ਕਰਦਾ ਸਾਰਿਆਂ ਨੂੰ। 8 ਵਜੇ ਤੋਂ ਬਾਅਦ ਦਾਰੂ ਪੀ ਕੇ ਮੇਰੇ ਕੋਲ ਨਹੀਂ ਕਿ ਮੈਂ ਇੱਕ ਗੁਰਸਿੱਖ ਬੰਦੇ ਨੂੰ ਤੁਸੀਂ ਆਪਣੀ ਦਾਰੂ ਸਾਰੀ ਉਹਦੇ ਤੇ ਕੱਢੋ। ਮੇਰੀ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ। ਫਿਰ ਇਸ ਗੱਲ ਤੇ ਵੀ ਪੁਆਇੰਟ ਆਉਂਦਾ ਵੀ ਯਾਰ ਮੇਰਾ ਫੋਨ ਨਹੀਂ ਚੱਕਿਆ, ਜਿਹੜੇ ਇੱਦਾਂ ਦੇ ਬੰਦੇ ਹੋਣਗੇ ਉਹਨਾਂ ਦਾ ਫੋਨ ਬਲੌਕ 'ਚ ਪਾਉਂਗਾ ਮੈਂ। ਬਾਦਮਾ ਦੱਸੋ ਤੁਸੀਂ ਰਾਜੀ ਹੋ ਇਸ ਗੱਲ ਲਈ? ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ? ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ। ਦੇਖੋ ਕੰਮ ਆਪਾਂ ਕਰਨਾ, ਜਦੋਂ ਮੈਂ 24 ਘੰਟੇ ਕੰਮ ਕਰਦਾ, ਮੇਰੀ ਜ਼ਿੰਮੇਵਾਰੀ ਹੈ ਕਿ ਜਿਹੜੇ ਮੇਰੇ ਨਾਲ ਰਹਿੰਦੇ ਉਹ ਵੀ ਮੇਰੇ ਵਾਂਗੂ ਨਾਲ ਲੱਗ ਕੇ ਕੰਮ ਕਰਨ, ਲੋਕਾਂ ਦਾ ਕੰਮ ਕਰਾਉਣ। ਕੱਲੀਆਂ ਗੱਲਾਂ ਨਾਲ ਨਹੀਂ ਆਪਣੀ ਸਰਕਾਰ ਆਈ। ਜੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਤਾਂ ਉਹਦੇ ਲਈ ਤੁਸੀਂ ਲਿਸਟਾਂ ਬਣਾ ਕੇ ਮੇਰੇ ਕੋਲ ਲੈ ਕੇ ਆਓ। ਮੈਂ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਪੁਲਿਸ ਕੋਲ ਜਾਓ ਆਪਣਾ ਨਾਮ ਜ਼ਿਕਰ ਕਰੋ, ਮੈਂ ਤੁਹਾਨੂੰ ਮਰਵਾਉਂਗਾ ਨਹੀਂ, ਤੁਹਾਡਾ ਨਾਮ ਨਹੀਂ ਮੈਂ ਅੱਗੇ ਕਰਦਾ। ਤੁਸੀਂ ਲਿਸਟ ਬਣਾ ਕੇ ਮੇਰੇ ਕੋਲ ਲੈ ਕੇ ਆਓ ਵੀ ਜੀ ਫਲਾਨਾ ਬੰਦਾ ਵੇਚਦਾ। ਪਰ ਇਹਦੇ ਵਿੱਚ ਬਹੁਤ ਜ਼ਰੂਰੀ ਗੱਲ ਹੈ ਕਿ ਆਪਾਂ ਕੋਈ ਆਪਣੀ ਪੋਲੀਟੀਕਲ ਰੰਜਿਸ਼ ਦੇ ਵਿੱਚ ਕਿਸੇ ਦੇ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਹੀਂ ਲਾਉਣਾ। ਇਹ ਬਹੁਤ ਜ਼ਰੂਰੀ ਗੱਲ ਹੈ। ਕਿਸੇ ਦੀ ਵੀ ਪੋਲੀਟੀਕਲ, ਚਾਹੇ ਉਹ ਅਕਾਲੀ ਹੈ ਚਾਹੇ ਕਾਂਗਰਸੀ ਹੈ, ਆਪਾਂ ਇਹ ਕਹਿ ਕੇ ਨਹੀਂ ਉਹਦੇ ਬੱਚੇ ਦੇ ਉੱਤੇ ਝੂਠਾ ਇਲਜ਼ਾਮ ਲਾਉਣਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪਾਂ ਇੱਕ ਸੱਚੀ ਸਰਕਾਰ ਲੈ ਕੇ ਆਂਦੀ ਹੈ, ਸੱਚ ਦੇ ਰਸਤੇ ਤੇ ਚੱਲਣ ਵਾਲੀ ਸਰਕਾਰ ਲੈ ਕੇ ਆਂਦੀ ਹੈ। ਸਾਡੇ ਤੇ ਬੇਸ਼ੱਕ ਉਹਨਾਂ ਨੇ ਜ਼ੁਲਮ ਕੀਤੇ ਆ, ਮੈਨੂੰ ਵੀ ਗੱਲ 'ਚ ਰੱਸਾ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ। 10-10 ਵਾਰ ਮੈਂ ਵੀ ਜੇਲ੍ਹਾਂ ਦੇ ਵਿੱਚ ਗਿਆ। ਬੇਸ਼ੱਕ ਸਾਡੇ ਤੇ ਜ਼ੁਲਮ ਕੀਤੇ ਆ, ਪਰ ਜ਼ੁਲਮ ਦਾ ਜਿਹੜਾ ਉਹਦਾ ਜਵਾਬ ਜ਼ੁਲਮ ਦੇ ਨਾਲ ਨਹੀਂ ਹੁੰਦਾ। ਅੱਜ ਸਾਡੀ ਸਰਕਾਰ ਹੈ, ਉਸ ਜ਼ੁਲਮ ਦੇ ਬਦਲੇ ਸਾਡੀ ਸਰਕਾਰ ਆਈ ਹੈ। ਬਹੁਤ ਵੱਡੀ ਤਾਕਤ ਹੁੰਦੀ ਹੈ ਔਰ ਇਹ ਸਰਕਾਰ ਦੀ ਤਾਕਤ ਨੂੰ ਅਸੀਂ ਖੁਦ ਸੰਭਾਲਣਾ ਹੈ, ਤੁਸੀਂ ਸੰਭਾਲਣਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਇੱਕ ਸਰਕਾਰ ਦਾ ਰੂਪ, ਤੁਸੀਂ ਸਰਕਾਰ ਹੋ। ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ, ਤੁਹਾਨੂੰ ਲੱਗਦਾ 2 ਲਿਸਟਾਂ ਬਣਾਓ, ਇੱਕ ਜਿਹੜੇ ਖਾਂਦੇ ਆ ਉਹ ਬਿਮਾਰ ਨੇ। ਫਿਰ ਸੁਣੋ, ਜਿਹੜੇ ਨਸ਼ਾ ਖਾਂਦੇ ਆ, ਜਿਹੜੇ ਵਿਚਾਰੇ ਚਿੱਟਾ ਪੀਂਦੇ ਆ, ਉਹਨੂੰ ਬਿਮਾਰ ਦੀ ਨਜ਼ਰ ਨਾਲ ਦੇਖਣਾ। ਉਹ ਅਪਰਾਧੀ ਨਹੀਂ, ਉਹ ਬਿਮਾਰ ਨੇ, ਉਹਨਾਂ ਦਾ ਇਲਾਜ ਕਰਾਉਣਾ ਆਪਾਂ, ਉਹਨਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣਾ। ਪਰ ਜਿਹੜੇ ਉਹਨਾਂ ਨੂੰ ਆ ਕੇ ਦਿੰਦੇ ਆ, ਜਿਹੜੇ ਵੇਚਦੇ ਆ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਉਣੀ ਹੈ। ਮਲੌਦ ਦੇ ਬੰਦੇ ਖੜੇ ਆ ਪਿੱਛੋਂ, ਕਾਰਵਾਈ ਹੋਈ ਆ ਕਿ ਨਹੀਂ ਹੋਈ ਆ ਜੀ ਕਾਰਵਾਈ? ਅੱਜ ਤੱਕ ਕਿਸੇ ਨੇ ਹੱਥ ਪਾਇਆ ਸੀ ਉਹਨੂੰ ਜਿਹਦੇ ਤੇ ਕਾਰਵਾਈ ਹੋਈ ਆ? ਕਾਰਵਾਈ ਕਰਾਵਾਂਗੇ, ਪਰ ਇਹ ਨਹੀਂ ਕਿ ਜਲਦਬਾਜ਼ੀ ਦੇ ਵਿੱਚ ਬੇਗੁਨਾਹ ਮਾਵਾਂ ਦੇ ਪੁੱਤ ਚੱਕੀ। ਇਹਦੇ ਲਈ ਮੈਂ ਸਖਤ ਖਿਲਾਫ ਆ ਕਿ ਜਲਦਬਾਜ਼ੀ ਦੇ ਵਿੱਚ ਆਪਾਂ ਕੋਈ ਬੇਗੁਨਾਹ ਮਾਵਾਂ ਦੇ ਪੁੱਤਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਈਏ। ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਬੇਗੁਨਾਹੀ ਦੇ ਵਿੱਚ ਮੈਨੂੰ ਵੀ ਕਈ ਵਾਰ ਚੱਕਿਆ। ਸੋ ਇਸ ਲਈ ਜਿਹੜਾ ਆਪਣੇ ਤੇ ਲੱਗਿਆ ਦਰਦਾ, ਉਹ ਕਿਸੇ ਦੇ ਨਾਲ ਮੈਂ ਧੱਕਾ ਨਹੀਂ ਹੋਣ ਦੇਣਾ। ਇਹ ਮੇਰਾ ਬੇਸਿਕ ਪ੍ਰਿੰਸੀਪਲ ਹੈ। ਚਾਹੇ ਕਿਸੇ ਨੂੰ ਬੁਰਾ ਲੱਗੇ ਚਾਹੇ ਚੰਗਾ ਲੱਗੇ, ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਿ ਆਪਾਂ ਸਾਰਿਆਂ ਨੇ ਪੰਜਾਬ ਨੂੰ
ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਾਂ ਸਾਰੇ ਜਣੇ ਰਲ ਕੇ ਕੰਮ ਕਰੀਏ। ਪਿੰਡਾਂ ਦੇ ਜਿੰਨੇ ਵੀ ਬੈਠੇ ਆ ਭਾਈ ਜੀ, ਪਿੰਡਾਂ ਦੇ ਵਿੱਚ ਆਪਣੇ ਕੋਲ ਸਰਪੰਚਾਂ ਦੇ ਕੈਂਡੀਡੇਟ ਨਹੀਂ ਹੈਗੇ, ਆਪਣੇ ਕੋਲ ਸਰਪੰਚ ਲੜਨ ਵਾਲੇ ਕੈਂਡੀਡੇਟ ਨਹੀਂ ਹੈਗੇ। ਆਪਾਂ ਸਿਰਫ ਤੇ ਸਿਰਫ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਆ। ਆਪਾਂ ਪਿੰਡਾਂ ਦੇ ਵਿੱਚ ਬਾਈ ਜੀ, ਮੈਂ ਸਾਰੇ ਪਿੰਡਾਂ ਜਾ ਕੇ ਸਰਪੰਚ ਨਹੀਂ ਬਣ ਜਾਣਾ। ਸਰਪੰਚ ਤੁਹਾਡੇ ਚੋਂ ਬਣਨੇ ਆ, ਪੰਚ ਤੁਹਾਡੇ ਚੋਂ ਬਣਨੇ ਆ। ਹੁਣ ਦੇਖ ਲਓ 8 ਡਾਇਰੈਕਟਰ ਬਣਨੇ ਆ, ਬਾਪੂ ਜੀ ਨੂੰ ਪੁੱਛ ਲਓ। ਸਾਡੇ ਕੋਲ ਡਾਇਰੈਕਟਰਾਂ ਦੀ ਲਿਸਟ ਹੈ ਨਹੀਂ ਕਿ ਜਿਹੜਾ ਬੰਦਾ ਉੱਥੇ ਪੂਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਬਾਈ ਜੀ, ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ, ਪਿੰਡਾਂ ਦੇ ਵਿੱਚ ਯੂਨਿਟੀ ਬਣਾਓ। ਆਉਣ ਵਾਲੇ ਜਿਹੜੇ 6-7 ਮਹੀਨੇ ਰਹਿੰਦੇ ਆ, ਆਪਣੀ ਪੰਚਾਇਤ ਕਾਇਮ ਕਰੋ। ਇਸ ਟਾਈਮ ਜਿਹੜੇ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਆ ਉਹਨਾਂ ਬਾਰੇ ਦੱਸਦੇ ਆ। 15ਵਾਂ ਵਿੱਤ ਕਮਿਸ਼ਨ 15ਵਾਂ ਵਿੱਤ ਕਮਿਸ਼ਨ ਦੇ ਪੈਸੇ ਸਰਪੰਚਾਂ ਕੋਲ ਆ ਚੁੱਕੇ ਆ, ਪਰ ਉਹ ਜਾਣ ਬੁੱਝ ਕੇ ਕੰਮ ਨਹੀਂ ਕਰਦੇ। ਜਿਵੇਂ ਇਲਾਕੇ ਦਾ ਮੁੱਖ ਮੰਤਰੀ MLA ਹੁੰਦਾ ਨਾ, ਉਵੇਂ ਪਿੰਡ ਦਾ ਮੁੱਖ ਮੰਤਰੀ ਸਰਪੰਚ ਹੁੰਦਾ। ਸਰਪੰਚ ਦੇ ਮਤਾ ਪਾਉਣ ਤੋਂ ਬਾਅਦ ਸਰਪੰਚ ਨੇ ਹੀ ਵੀਡੀਓ ਨੂੰ ਕਹਿ ਕੇ ਕੰਮ ਕਰਾਉਣਾ ਹੁੰਦਾ ਹੈ। ਇਸ ਲਈ ਆ ਜਿਹੜੇ 6-7 ਮਹੀਨੇ ਆਪਾਂ ਨੂੰ ਇਸ ਲਈ ਪ੍ਰੋਬਲਮ ਆ ਰਹੀ ਹੈ ਕਿ ਕਿਸੇ ਵੀ ਪਿੰਡ ਦੇ ਵਿੱਚ ਆਪਣੇ ਸਰਪੰਚ ਨਹੀਂ, ਕਿਸੇ ਵੀ ਸ਼ਹਿਰ ਦੇ ਵਿੱਚ ਆਪਣੇ ਕੌਂਸਲਰ ਨਹੀਂ। 10 ਦਿਨ ਮਨੌਦ ਵਾਲੇ ਵੀ ਆਪਣੇ ਆਮ ਆਦਮੀ ਪਾਰਟੀ ਦੇ ਕਿੰਨੇ ਕੌਂਸਲਰ ਹੈ, ਕਿਉਂਕਿ ਕੌਂਸਲਰਾਂ ਨੇ ਮਤਾ ਪਾ ਕੇ ਕੰਮ ਕਰਾਉਣਾ ਹੁੰਦਾ, ਸਰਪੰਚਾਂ ਨੇ ਮਤਾ ਪਾ ਕੇ ਕੰਮ ਕਰਾਉਣਾ ਹੁੰਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਪਿੰਡਾਂ ਦੇ ਵਿੱਚ ਜਿਹੜਾ ਕੰਮ ਨਹੀਂ ਹੁੰਦਾ ਉਹ ਸਰਪੰਚ ਦੇ ਸਿਰ ਪਾਓ। ਇਹ ਸਰਪੰਚ ਤੇਰੇ ਕੋਲ ਪੈਸੇ ਆਏ ਨੇ ਭਾਈ 15ਵੇਂ ਵਿੱਤ ਕਮਿਸ਼ਨ ਦੇ, ਮੈਂ ਤੁਹਾਨੂੰ ਦੱਸ ਦੂੰਗਾ ਸਾਈਟ, ਜਿਹੜੀ ਸਾਈਟ ਦੇ ਵਿੱਚ ਕਿਵੇਂ ਕਿੰਨੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਏ ਆ, ਤੁਸੀਂ ਆਪ ਚੈੱਕ ਕਰੋ। ਵੀਡੀਓ ਦਫ਼ਤਰ ਜਾ ਕੇ ਚੈੱਕ ਕਰੋ ਕਿ ਸਾਡੇ ਸਰਪੰਚ ਕੋਲ ਕਿੰਨੇ ਪੈਸੇ ਨੇ, ਔਰ ਉਹ ਸਰਪੰਚ ਨੂੰ ਕਹੋ ਕਿ ਤੂੰ ਸਾਡੇ ਪਿੰਡ ਦਾ ਫਲਾਣਾ ਕੰਮ ਕਿਉਂ ਨਹੀਂ ਕਰਾ ਰਿਹਾ। ਆਪਾਂ ਇਹ ਗੱਲ ਜੁਰਤ ਕਰਨੀ ਸਿੱਖੋ, ਜੁਰਤ ਕਰਨੀ ਸਿੱਖੋ ਮੇਰੀ ਵੀਰੋ। ਸਾਰੇ ਜਣੇ ਆਪਾਂ ਰਲ ਕੇ ਕੰਮ ਕਰੀਏ, ਆਪਸ ਦੇ ਵਿੱਚ ਯੂਨਿਟੀ ਬਣਾ ਕੇ ਰੱਖੀਏ। ਮਾੜੇ ਮੋਟੇ ਮਤਭੇਦ ਹੁੰਦੇ ਆ, ਭਾਂਡੇ ਖੜਕਦੇ ਹੁੰਦੇ ਆ, ਪਰ ਇਹ ਨਾ ਹੋਵੇ ਕਿ ਆਪਣੀ ਲੜਾਈ ਦੇ ਵਿੱਚ ਦੂਜਾ ਫਾਇਦਾ ਚੁੱਕ ਜਾਵੇ। ਇਹ ਚੀਜ਼ ਬਹੁਤ ਜ਼ਰੂਰੀ ਹੈ। ਆਪਾਂ ਪਿੰਡਾਂ ਦੇ ਵਿੱਚ ਆਪਣੇ ਸਰਪੰਚ ਵੀ ਬਣਾਉਣੇ ਆ, ਆਪਾਂ ਪਿੰਡਾਂ ਦੇ ਵਿੱਚ ਆਪਣੇ ਪੰਚ ਵੀ ਬਣਾਉਣੇ ਆ। 2 ਇਲੈਕਸ਼ਨਾਂ ਹੋਈਆਂ ਨੇ, 2 ਇਲੈਕਸ਼ਨਾਂ, ਇੱਕ ਕੋਆਪਰੇਟਿਵ ਜਿਹੜੀ ਬੈਂਕ ਆ ਉਹਦੀ ਇਲੈਕਸ਼ਨ ਹੋਈ ਆ। ਬਾਕੀ ਹਲਕਿਆਂ ਦੇ ਵਿੱਚ ਉਹਨਾਂ ਨੇ ਬਾਕੀਆਂ ਦੇ ਰੱਦ ਕਰਕੇ ਕਾਗਜ਼ ਕਿਉਂ ਬਣਾਇਆ, ਆਪਾਂ ਇਲੈਕਸ਼ਨ ਦੇ ਨਾਲ ਜਿਤਾਇਆ, ਕਰਨ ਖੜਾ ਇਲੈਕਸ਼ਨ ਦੇ ਨਾਲ ਜਿਤਾਇਆ। ਜਿੱਥੇ ਇਲੈਕਸ਼ਨ ਹੋਈ ਆ ਆਪਣੀ ਪਾਰਟੀ ਦਾ ਬਾਕੀ ਜਗ੍ਹਾ ਤੇ ਹਾਰਿਆ ਬੰਦਾ, ਪਰ ਆਪਾਂ ਨੂੰ ਪਹਿਲ ਹਲਕੇ ਨੂੰ ਮਾਣ ਹੈ, ਮੈਨੂੰ ਮਾਣ ਹੈ ਕਿ ਅਸੀਂ ਆਪਣਾ ਬੰਦਾ ਹਿੱਕ ਦੇ ਜ਼ੋਰ ਨਾਲ ਜਿਤਾਇਆ। ਉਸ ਤੋਂ ਬਾਅਦ ਗੰਨਾ ਸ਼ੂਗਰ ਮਿਲ ਦੀ ਇਲੈਕਸ਼ਨ ਹੋਈ। ਸ਼ੂਗਰ ਮਿਲ ਦੀ ਇਲੈਕਸ਼ਨ ਦੇ ਵਿੱਚ ਵੀ ਬਾਕੀਆਂ ਨੇ ਜੋ ਕੀਤਾ ਨਹੀਂ ਕੀਤਾ ਮੈਨੂੰ ਨਹੀਂ ਪਤਾ, ਪਰ ਮੈਨੂੰ ਮਾਣ ਹੈ ਕਿ ਸਾਡੀ ਸਾਰੀ ਟੀਮ ਨੇ ਸ਼ੂਗਰ ਮਿਲ ਦੇ ਵਿੱਚ ਵੀ ਵੋਟਾਂ ਪਵਾ ਕੇ ਆਪਣਾ ਜਿਹੜਾ ਸੀ ਡਾਇਰੈਕਟਰ ਜਿਤਾਇਆ। ਅਸੀਂ ਆਪਣਾ ਡਾਇਰੈਕਟਰ ਜਿਤਾਇਆ। ਜੀ ਸਾਰੇ ਜਿਹੜੇ ਬੰਦੇ ਆ, ਤੁਸੀਂ ਵੀ ਦਫ਼ਤਰ ਆਇਆ ਕਰੋ, ਤੁਹਾਨੂੰ ਬੇਨਤੀ ਹੈ ਤੁਸੀਂ ਵੀ ਦਫ਼ਤਰ ਆਇਆ ਕਰੋ। ਗੱਡੀ ਦੇ ਵਿੱਚ ਤੁਸੀਂ ਵੀ ਚੜਿਆ ਕਰੋ, ਮੇਰਾ ਫੋਨ ਤੁਸੀਂ ਵੀ ਫੜ ਕੇ ਤੁਸੀਂ ਵੀ ਸੁਣਿਆ ਕਰੋ। ਦੱਸੋ ਜੇ ਕਿਸੇ ਨੂੰ ਕਦੇ ਮਨਾ ਕੋਈ ਕਰੇ, ਦੱਸਿਓ ਵੀ ਫਲਾਣੇ ਬੰਦੇ ਨੇ ਮੈਨੂੰ ਭਾਈ ਮਨਾ ਕਰ ਦਿੱਤਾ। ਯਾਰ ਆਪਾਂ ਘਰੇ ਬੈਠੇ ਰਹਿਣਾ, ਆਪਾਂ ਆਉਣਾ ਹੈ ਨਹੀਂ, ਇਲਜ਼ਾਮਬਾਜ਼ੀਆਂ ਕਰੀ ਜਾਣੀਆਂ ਨੇ। ਮੇਰੀ ਬੇਨਤੀ ਆ ਸਾਰੇ ਜਣੇ, ਜੇ ਕੁਝ ਪਾਉਣ ਲਈ ਕੁਝ ਗਵਾਉਣਾ ਪੈਂਦਾ, ਸਮਾਂ ਗਵਾਉਣਾ ਪੈਂਦਾ, ਤੁਹਾਨੂੰ ਦਫ਼ਤਰ ਆਉਣਾ ਪਊਗਾ, ਤੁਹਾਨੂੰ ਕੰਮ ਕਰਨਾ ਪਊਗਾ। ਘਰੇ ਬੈਠ ਕੇ ਕੋਈ ਮੂੰਹ ਦੇ ਵਿੱਚ ਰੋਟੀ ਨਹੀਂ ਪਾਉਂਦਾ ਹੁੰਦਾ ਮੇਰੇ ਵੀਰੋ, ਕੋਈ ਰੋਟੀ ਨਹੀਂ ਮੂੰਹ 'ਚ ਪਾਉਂਦਾ। ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਿ ਸਾਰੇ ਜਾਣੇ ਤਕੜੇ ਹੋ ਕੇ ਕੰਮ ਕਰੋ, ਤਕੜੇ ਹੋ ਕੇ ਆਪਾਂ ਲੋਕਾਂ ਦੀ ਸੇਵਾ ਕਰੀਏ। ਹੁਣ ਜਿਸ ਤਰੀਕੇ ਨਾਲ ਬੂਟੇ ਲੱਗ ਰਹੇ ਆ ਹਰ ਪਿੰਡ ਦੇ ਵਿੱਚ, ਹਰ ਪਿੰਡ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਲਓ ਕਿ ਬੂਟੇ ਪਾਲਣੇ ਚਾਹੀਦੇ ਆ, ਔਰ ਉਹਨਾਂ ਨੂੰ ਕਹੋ ਕਿ ਨਰੇਗਾ ਵਾਲੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਦੀਆਂ ਇੱਕ ਬੀਬੀ ਦੀ 2 ਬੀਬੀਆਂ ਦੀਆਂ ਡਿਊਟੀਆਂ ਲਾਉਣ ਕਿ ਜਿਹੜੇ ਬੂਟੇ ਆ ਹਰੇ ਭਰੇ ਹੋਣ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਲਈ ਬੇਨਤੀ ਕਰਦਾ ਕਿ ਜਿਹੜੇ ਪਿੰਡ ਦੇ ਵਿੱਚ ਸਭ ਤੋਂ ਵੱਧ ਬੂਟੇ ਤੁਸੀਂ ਲਾਓਗੇ, ਅਸੀਂ ਉਹ ਸਾਡੇ ਪਿੰਡ ਦੇ ਵਲੰਟੀਅਰਾਂ ਨੂੰ ਆਪਣੇ ਪੂਰੇ ਜਿਹੜਾ ਹਲਕੇ ਦਾ ਇਕੱਠ ਕਰਕੇ ਉਹ ਪਿੰਡ ਦੇ ਵਲੰਟੀਅਰ ਨੂੰ ਅਸੀਂ ਸਨਮਾਨ ਕਰਾਂਗੇ। ਆਪਾਂ ਸਾਰੇ ਜਣੇ ਰਲ ਕੇ ਕੰਮ ਕਰੀਏ, ਸਾਰੇ ਜਣੇ
ਦੱਸੀ ਜਾਈਏ, ਨਾ ਵੀ ਤੈਨੂੰ ਅੱਗੇ ਵਧਣ ਦੇਣਾ, ਨਾ ਮੈਂ ਅੱਗੇ ਵਧਣਾ, ਇਦਾਂ ਕਦੇ ਨਹੀਂ ਹੋਣਾ। ਮੋਢੇ ਬਣੀਏ ਕਿ ਵੀ ਭਾਈ ਆ ਜਾ ਮੇਰੇ ਮੋਢਿਆਂ ਤੇ, ਤੈਨੂੰ ਮੈਂ ਚੱਕਾਂ ਤਾਂ ਹਾਂ, ਉਹ ਕਹੇ ਆ ਜਾ ਤੈਨੂੰ ਮੈਂ ਚੱਕਾਂ ਤਾਂ ਹਾਂ, ਤਾਂ ਗੱਲ ਬਣਨੀ ਆ। ਨਹੀਂ ਬਾਈ ਜੀ, ਆਪਣੀ ਜਿਹੜੀ ਇਹ ਲੋਕਾਂ ਨੇ ਇੱਕ ਵਾਰ ਆਪਾਂ ਨੂੰ ਜਿਤਾਤਾ, ਇਹ ਨਹੀਂ ਹੈ, ਇਹ ਵੀ ਨਾ ਕਦੇ ਹੰਕਾਰ ਕਰਿਆ ਕਰੋ। ਇੱਕ ਮੈਂ ਬਹੁਤ ਕੌੜੀ ਗੱਲ ਕਹਿਣ ਲੱਗਿਆ, ਐਵੇਂ ਨਾ ਹੰਕਾਰ ਕਰਿਆ ਕਰੋ ਕਿ ਅਸੀਂ ਜਿਤਾਇਆ। ਇਹ ਗੁਰੂ ਸਾਹਿਬ ਦੀ ਮਿਹਰ ਸੀ ਉਸ ਅਕਾਲ ਪੁਰਖ ਦੀ। ਨਹੀਂ 19 ਦੇ ਵਿੱਚ ਵੀ ਤੁਸੀਂ ਸੀਗੇ, 19 ਚ ਸਾਰੇ ਕਹਿੰਦੇ ਨੇ ਤਾਂ 14 ਤੋਂ 19 ਦੇ ਵਿੱਚ ਵੀ ਤੁਸੀਂ ਸੀ। ਕਿਸੇ ਪਿੰਡ ਦੇ ਵਿੱਚ 20 ਵੋਟਾਂ ਪਈਆਂ ਨੇ, ਕਿਸੇ ਪਿੰਡ 'ਚ 50 ਵੋਟਾਂ ਪਈਆਂ ਨੇ ਨਾ, ਝੂਠ ਤਾਂ ਨਹੀਂ ਬੋਲਿਆ। 19 ਦੇ ਵਿੱਚ ਵੀ ਤੁਸੀਂ ਵਲੰਟੀਅਰ ਸੀ, ਉਦੋਂ ਕਿਉਂ ਨਹੀਂ ਤੁਸੀਂ ਪਵਾ ਲਈਆਂ? ਇਸ ਲਈ ਇਹ ਨਾ ਮੇਰੀ ਤਾਕਤ ਹੈ, ਨਾ ਤੁਹਾਡੀ ਤਾਕਤ ਹੈ, ਉਸ ਅਕਾਲ ਪੁਰਖ ਦੀ ਰਹਿਮਤ ਹੈ। ਉਸ ਅਕਾਲ ਪੁਰਖ ਦੀ ਰਹਿਮਤ ਨੂੰ ਸਮਝੋ। ਐਵੇਂ ਨਹੀਂ ਜੋੜੇ ਹੋਈ ਦਾ ਕਿ ਮੈਂ ਤਾਂ ਜੀ 14 ਤੋਂ ਚੱਲਿਆ, ਮੈਂ ਤਾਂ 12 ਤੋਂ ਚੱਲਿਆ, 13 ਤੋਂ ਚੱਲਿਆ। ਸਾਰਾ ਕੁਝ ਵਧੀਆ ਹੋਊਗਾ, ਸਾਰਿਆਂ ਦਾ ਬਰਾਬਰ ਮਾਣ ਸਤਿਕਾਰ ਹੋਊਗਾ, ਸਾਰਿਆਂ ਦੀ ਇੱਜ਼ਤ ਹੋਊਗੀ। ਸਾਰਿਆਂ ਨੂੰ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ ਕਰਦਾ, ਵਧਾਈ ਦਿੰਦਾ ਤੇ ਤੁਹਾਨੂੰ ਬੇਨਤੀ ਕਰਦਾ, ਸਾਰੇ ਜਣੇ ਇਕਮੁੱਠ ਹੋ ਕੇ ਚੱਲੀਏ। ਆਪਾਂ ਪੂਰੇ ਦੇ ਪੂਰੇ ਜਿਹੜੇ ਹੈਗੇ ਮਲੌਦ ਬਲਾਕ ਦੇ ਸਾਰੇ ਸਰਪੰਚ ਆਪਣੇ ਬਣ 11